ਅਗਲੀ ਕਹਾਣੀ ਹੈ ਢਿੱਲਾ ਮੰਜਾ। ਪਰਿਵਾਰ ਵੱਲੋਂ ਲਏ ਫੈਸਲੇ ਮੁਤਾਬਿਕ ਬਾਪੂ ਦੀ ਅੱਖ ਦਾ ਆਪਰੇਸ਼ਨ ਸ਼ਹਿਰ ਦੇ ਵੱਡੇ ਡਾਕਟਰ ਕੋਲੋਂ ਕਰਵਾਇਆ ਗਿਆ। ਪਰ ਜੇ ਬਾਪੂ ਨੂੰ ਇਹ ਗੱਲ ਪਹਿਲਾਂ ਪਤਾ ਲੱਗ ਜਾਂਦੀ ਕਿ ਆਪਰੇਸ਼ਨ ਮਗਰੋਂ ਉਹਨੂੰ ਵੱਡੇ ਮੁੰਡੇ ਕੋਲ 10-12 ਦਿਨ ਸ਼ਹਿਰ 'ਚ ਹੀ ਰਹਿਣਾ ਪਊ ਤਾਂ ਉਹ ਸ਼ਾਇਦ ਇਸ ਗੱਲ ਨਾਲ ਰਾਜ਼ੀ ਨਾ ਹੁੰਦਾ, ਕਿਉਂਕਿ ਡਾਕਟਰ ਦੇ ਕਹਿਣ ਤੇ ਬੋਲਣ ਚਾਲਣ ਤੇ ਮਿੱਟੀ ਘੱਟੇ ਤੋਂ ਬਚਾ ਰੱਖਣਾ ਜ਼ਰੂਰੀ ਸੀ। ਅੱਜ ਬਾਪੂ ਪਿੰਡ ਆ ਖੁੱਲੇ ਵਿਹੜੇ 'ਚ ਬੈਠਾ ਆਂਢ ਗੁਆਂਢ ਤੋਂ ਖਬਰ ਲੈਣ ਆਏ ਨੂੰ ਇਉਂ ਦੱਸਦਾ ਜਿਵੇਂ ਬਾਹਰਲੇ ਮੁਲਕ ਤੋਂ ਵਾਪਸ ਆਇਆ ਹੋਵੇ। ਰਾਮ ਸਿਆਂ ਸ਼ਹਿਰ 'ਚ ਕੋਈ ਆਂਢ ਗੁਆਂਢ ਨਹੀਂ ਪੁੱਛਦਾ ਇੱਕ ਦੂਜੇ ਨੂੰ। ਉੱਥੇ ਨਾ ਜੰਮੇ ਦੀ ਖੁਸ਼ੀ ਨਾ ਮਰੇ ਦਾ ਗਮ। ਬਸ ਘੰਟੀ ਮਾਰ ਗੇਟ ਤੇ ਗਿਟਮਿਟ ਕਰਕੇ ਮੁੜੀ ਜਾਂਦੇ ਆ, ਜਿਵੇਂ ਜੁੱਤੀ ਨੂੰ ਰੇਤਾ ਲੱਗਿਆ ਹੋਣ ਕਰਕੇ ਅੰਦਰ ਆਉਣ ਤੋਂ ਡਰਦੇ ਹੋਣ। ਸਾਰੇ ਅੰਦਰ ਹੀ ਲਾਟਾਂ ਜਗਾ ਕੇ ਆ ਟੈਲੀਵਿਜ਼ਨ ਦੁਆਲੇ ਹੋਏ ਰਹਿੰਦੇ ਆ। ਨਾ ਦਿਨ ਦਾ ਪਤਾ ਲੱਗੇ ਨਾ ਰਾਤ ਦਾ। ਉੱਥੇ ਕੋਈ ਪਾਠੀ ਪੂਠੀ ਨਹੀਂ ਬੋਲਦਾ। ਬੰਦਾ ਸਾਰਾ ਦਿਨ ਵੱਡੀਆਂ ਵੱਡੀਆਂ ਕੰਧਾਂ ਵੱਲ ਝਾਕਦਾ ਥੱਕ ਜਾਂਦਾ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਇਹਨਾਂ ਮਹਿਲਾਂ ਨੁਮਾ ਪੱਥਰ ਲੱਗੀਆਂ ਕੋਠੀਆਂ 'ਚ ਬੇਰਹਿਮ ਪੱਥਰ ਦਿਲ ਲੋਕ ਹੀ ਵਸਦੇ ਹੋਣ। ਰਾਮ ਸਿੰਘ ਦੇ ਚਿਹਰੇ ਵੱਲ ਵੇਖਦਿਆਂ ਕੁਝ ਝੁਕਿਆ ਤੇ ਫਿਰ ਕਹਿਣ ਲੱਗਾ, ਐਵੇਂ ਕਹੀਏ ਮੁੰਡੇ ਬਹੂ ਨੇ ਤਾਂ ਬਥੇਰੀ ਸੇਵਾ ਕੀਤੀ ਆ। ਖਾਣ ਪੀਣ ਦਾ ਕੋਈ ਘਾਟਾ ਨਹੀਂ ਰਿਹਾ। ਮਹਿੰਗੇ ਗੱਦਿਆਂ ਤੇ ਵਲੈਤੀ ਕੰਬਲ ਦੇ ਕੇ ਪਾਉਂਦੇ ਰਹੇ ਨੇ। ਪਰ ਜੇ ਸੱਚ ਪੁੱਛੇ, ਆਪਣੇ ਟੇਢੇ ਤੇ ਉੱਪਰੋਂ ਪਾਟੇ ਹੋਏ ਪਾਵਿਆਂ ਤੇ ਟੁੱਟੇ ਬਾਣ ਨਾਲ ਗੰਢੇ ਤੇ ਰੱਸੀਆਂ ਲਟਕਦੇ ਢਿੱਲੇ ਮੰਜੇ ਤੇ ਹੱਥ ਮਾਰ ਕਹਿੰਦਾ, ਇਹਦੇ ਅਰਗੀ ਗੂੜੀ ਨੀਂਦ ਸੌਂ ਕੇ ਅਮਨ ਮੱਤੇ ਘਰਾੜੇ ਨਹੀਂ ਮਾਰ ਸਕਿਆ ਉੱਥੇ। ਜਿਵੇਂ ਕਹਿੰਦੇ ਆ, ਜੋ ਸੁੱਖ ਛੱਜੂ ਦੇ ਚੁਬਾਰੇ ਨਾ ਉਹ ਬਲਖ ਨਾ ਬੁਖਾਰੇ। ਕਹਿੰਦੇ ਆ ਬਾਪੂ ਖਾਮੋਸ਼ ਹੋ ਗਿਆ ਤੇ ਅੱਖਾਂ ਨਮ ਹੋਣ ਲੱਗੀਆਂ। ਧੰਨਵਾਦ। ਅਗਲੀ ਕਹਾਣੀ ਹੈ ਕਲੰਕ। ਨਹਿਰ ਦੇ ਕੰਢੇ ਕੰਢੇ ਤੇਜ਼ੀ ਨਾਲ ਰੁੜੀ ਜਾਂਦੀ ਔਰਤ ਨੂੰ ਪੁਲ ਤੇ ਖੜੇ ਰਾਹਗੀਰ ਬੜੀ ਜੱਦੋ-ਜਹਿਦ ਕਰਨ ਪਿੱਛੋਂ ਬਾਹਰ ਕੱਢ ਲਿਆਏ। ਪਰ ਉਹ ਨੀਮ ਬੇਹੋਸ਼ੀ ਦੀ ਹਾਲਤ 'ਚ ਰੋਂਦੀ ਕਹਿ ਰਹੀ ਸੀ, ਵੇ ਮੈਨੂੰ ਮਰ ਜਾਣ ਦਿਓ, ਮੈਂ ਹੁਣ ਹੋਰ ਸ਼ਰਮਿੰਦਗੀ ਨਹੀਂ ਝੱਲ ਸਕਦੀ। ਅਜਿਹੇ ਜਿਉਣ ਨਾਲੋਂ ਤਾਂ ਨਰਕ ਕਿਤੇ ਚੰਗਾ ਹੋਊ। ਅੱਖਾਂ ਬੰਦ ਕਰ ਘਾਹ ਤੇ ਲੇਟੀ ਔਰਤ ਬਚਾਉਣ ਵਾਲਿਆਂ ਨੂੰ ਤੋੜ ਤੋੜ ਸੁੱਟੀ ਜਾਂਦੀ। ਰਾਹਗੀਰ ਉਹਨੂੰ ਹੌਸਲਾ ਦਿੰਦੇ ਕਹਿ ਰਹੇ ਸੀ, ਬੀਬੀ ਆਪਣਾ ਦੁੱਖ ਦੱਸ, ਅਸੀਂ ਤੇਰੀ ਮਦਦ ਲਈ ਤਿਆਰ ਹਾਂ। ਵੀ ਭਾਈ ਮੇਰਾ ਦੁੱਖ ਨਾ ਪੁੱਛੋ, ਥੋਥੋਂ ਸੁਣ ਨਹੀਂ ਹੋਣਾ। ਮੇਰੀ ਮਦਦ ਤਾਂ ਉਸ ਸੱਚੇ ਰੱਬ ਨੇ ਨਹੀਂ ਕੀਤੀ, ਖਬਰੇ ਮੈਂ ਕੀ ਭੁੰਨ ਕੇ ਬੀਜਿਆ, ਜਿਹਨੂੰ ਜੰਮਿਆ ਪਾਲ ਪੋਸ ਕੇ ਵੱਡਾ ਕੀਤਾ, ਪੜ੍ਹਾ ਲਿਖਾ ਅਫਸਰ ਬਣਨ ਦੇ ਸੁਪਨੇ ਦੇਖੇ। ਇੱਕ ਮਾਂ ਦੀ ਨਹੀਂ ਸਗੋਂ ਪਿਓ ਦੀ ਜ਼ਿੰਮੇਵਾਰੀ ਵੀ ਨਿਭਾਉਂਦੀ ਆਈ। ਮੈਨੂੰ ਉਹਨੇ ਕੱਖਾਂ ਤੋਂ ਹੌਲੀ ਕਰਤਾ ਵੀ ਮੈਂ ਕੀ ਕਰਾਂ, ਕਿੱਧਰ ਜਾਵਾਂ। ਹਾੜਾ ਵੀਰੋ, ਮੈਨੂੰ ਕਿਤੇ ਡੂੰਘੇ ਪਾਣੀ 'ਚ ਸੁੱਟ ਦਿਓ, ਸ਼ਾਇਦ ਮੇਰਾ ਕਲੰਕ ਧੋਤਾ ਜਾਏ। ਮੇਰਾ ਲਾਡਲਾ ਪੁੱਤ ਕੱਲ ਨਸ਼ੇ 'ਚ ਧੁੱਤ ਹੋ ਕੇ ਮੇਰੇ ਸਕੂਲ ਦੀ ਮੈਡਮ ਦੀ ਚੇਨੀ ਝਪਟਦਾ ਫੜਿਆ ਗਿਆ। ਕਹਿੰਦੀ ਕਹਿੰਦੀ ਉਹ ਬੇਹੋਸ਼ ਹੋ ਗਈ। ਧੰਨਵਾਦ। ਅਗਲੀ ਕਹਾਣੀ ਹੈ ਪੀਡੀਆਂ ਤੰਦਾਂ। ਜਨਵਰੀ ਦਾ ਅੱਧ ਤੇ ਠੰਡ ਪੂਰੇ ਜੋਬਨ ਤੇ ਸੀ। ਬਾਹਰ ਬਦਨ ਚੀਰਵਾਂ ਠੱਕਾ ਵਗ ਰਿਹਾ ਸੀ। ਮੈਂ ਬੈਠਦਿਆਂ ਇੱਕ ਲੰਮਾ ਹੌਕਾ ਲਿਆ ਜਿਹੜਾ ਮੈਨੂੰ ਧੁਰ ਅੰਦਰ ਤੱਕ ਝੰਜੋੜ ਗਿਆ। ਬੰਟੀ ਦਾ ਖਾਲੀ ਪਿਆ ਮੰਜਾ ਵੇਖ ਮੇਰੀ ਭੁੱਬ ਨਿਕਲ ਗਈ। ਮੈਂ ਅੱਖਾਂ ਪੂੰਝੀਆਂ, ਪੈਰ ਝਾੜ ਕੇ ਰਜਾਈ 'ਚ ਕੀਤੇ। ਠੰਡ ਨਾਲ ਮੇਰਾ ਦੰਦ ਕੜੱਕਾ ਹੋਰ ਤੇਜ਼ ਵੱਜਣ ਲੱਗਾ। ਦੋਹਰਾ ਕਰਕੇ ਕੰਬਲ ਰਜਾਈ ਦੇ ਉੱਪਰੋਂ ਦੀ ਪਾਇਆ ਤਾਂ ਕਿ ਪੈਰਾਂ ਨੂੰ ਕਿਸੇ ਤਰ੍ਹਾਂ ਨਿੱਘੇ ਕਰ ਸਕਾਂ, ਪਰ ਪੈਰ ਬਰਫ਼ ਬਣੇ ਪਏ ਸੀ। ਚਾਰੇ ਪਾਸੇ ਵਰਤੀ ਚੁੱਪ ਤੋਂ ਮੈਨੂੰ ਡਰ ਜਿਹਾ ਲੱਗਣ ਲੱਗਾ। ਫਿਰ ਇੱਕ ਰੀਲ ਦੀ ਤਰ੍ਹਾਂ ਇੱਕ ਇੱਕ ਕਰਕੇ ਸੀਨ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੇ। ਕਿੰਨੀਆਂ ਖੁਸ਼ੀਆਂ ਭਰਿਆ ਸੀ ਉਹ ਦਿਨ ਜਿੱਦਣ ਪੇਕੇ ਆਈ ਮੇਰੀ ਭੈਣ ਨੇ ਬੰਟੀ ਨੂੰ ਜਨਮ ਦਿੱਤਾ। ਮੈਂ ਸਕੂਲੋਂ ਪੜ੍ਹ ਕੇ ਅੱਧੀ ਛੁੱਟੀ ਘਰੇ ਆਇਆ ਤਾਂ ਆਂਢੀ ਗੁਆਂਢੀ ਸਾਡੇ ਘਰ ਵਧਾਈਆਂ ਦੇ ਰਹੇ ਸੀ। ਇਸ ਖੁਸ਼ੀ 'ਚ ਮੈਂ ਵੀ ਮੁੜ ਸਕੂਲ ਜਾਣ ਤੋਂ ਮੁੱਕਰ ਗਿਆ। ਘਰਦਿਆਂ ਨੇ ਵੀ ਮੈਨੂੰ ਸਕੂਲ ਜਾਣ ਲਈ ਜ਼ੋਰ ਨਾ ਪਾਇਆ, ਕਿਉਂਕਿ ਘਰ ਖੁਸ਼ੀ ਦਾ ਮਾਹੌਲ ਬਣਿਆ ਸੀ। ਵਧਾਈਆਂ ਦੇਣ ਆਏ ਲੋਕਾਂ ਦਾ ਮੂੰਹ ਮਿੱਠਾ ਕਰਾਉਂਦਿਆਂ ਰੱਬ ਸਭ ਨੂੰ ਦੇਵੇ ਦੀ ਪ੍ਰਾਰਥਨਾ ਕੀਤੀ ਜਾਂਦੀ। ਕਈਆਂ ਨੂੰ ਦਾਣੇ ਗੁੜ ਤੇ ਪੈਸੇ ਦੇ ਕੇ ਘਰੋਂ ਵਿਦਾ ਕੀਤਾ ਜਾ ਰਿਹਾ ਸੀ। ਉਹ ਬੰਟੀ ਦੀ ਲੰਮੀ ਉਮਰ ਤੇ ਤੰਦਰੁਸਤੀ ਦੀਆਂ ਅਸੀਸਾਂ ਦੀ ਝੜੀ ਲਾਉਂਦਿਆਂ ਖਿੜਕੀਆਂ ਵਾਲਾ ਦਰਵਾਜ਼ਾ ਨਿਕਲ ਵੀਹੀ ਦਾ ਮੋੜ ਮੁੜ ਜਾਂਦੇ। ਸਾਰੇ ਟੱਬਰ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਸ਼ਾਮ ਢਲਦਿਆਂ ਸਾਨੂੰ ਵੀ ਬੰਟੀ ਨੂੰ ਦੇਖਣ ਦਾ ਮੌਕਾ ਮਿਲਿਆ।
ਅਸੀਂ ਬੜੇ ਖੁਸ਼ ਹੋਏ। ਉਹ ਮਾੜਕੂ ਜਿਹਾ ਹੋਣ ਕਰਕੇ ਭਾਵੇਂ ਉਹਨੂੰ ਹੱਥ ਲਾਉਣ ਜਾਂ ਗੋਦੀ ਚੁੱਕਣ ਤੋਂ ਤਾਂ ਡਰਦੇ ਸੀ, ਪਰ ਉਹਦੇ ਮੰਜੇ ਕੋਲ ਬੈਠ ਕੇ ਬੰਟੀ ਦੇ ਫੁੱਲ ਜਿਹੇ ਚਿਹਰੇ ਵੱਲ ਤੱਕਦੇ, ਉਹਦੀਆਂ ਬਰੀਕ ਜਿਹੀਆਂ ਅੱਖਾਂ 'ਚ ਅੱਖਾਂ ਪਾ ਕੇ ਮੁਸਕਰਾਉਣ ਦਾ ਯਤਨ ਕਰਦੇ। ਹੁਣ ਸਾਡਾ ਸਾਰਾ ਪਰਿਵਾਰ ਬੰਟੀ ਨਾਲ ਰੁੱਝਿਆ ਰਹਿੰਦਾ, ਕਿਉਂਕਿ ਸਾਡੇ ਘਰਾਂ 'ਚ ਕੋਈ ਛੋਟੀ ਉਮਰ ਵਾਲਾ ਜਵਾਕ ਨਾ ਹੋਣ ਕਰਕੇ ਸਾਰੇ ਬੰਟੀ ਨੂੰ ਕਿਸੇ ਖਿਡੌਣੇ ਵਾਂਗ ਖਿੱਚੀ ਫਿਰਦੇ। ਹੁਣ ਬੰਟੀ ਸਾਨੂੰ ਸਭ ਨੂੰ ਪਛਾਣਨ ਲੱਗ ਪਿਆ। ਕਦੇ ਕਦੇ ਮਾਮਾ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਫੁੱਲੇ ਨਾ ਸਮਾਉਂਦੇ। ਸਮਾਂ ਲੰਘਦਾ ਗਿਆ। ਹੁਣ ਬੰਟੀ ਸਾਡੇ ਮੋਢਿਆਂ ਤੇ ਚੜ੍ਹਨ ਜੋਗਾ ਹੋ ਗਿਆ। ਮੈਂ ਉਹਨੂੰ ਮੋਢਿਆਂ ਤੇ ਬਿਠਾ ਕੇ ਬਾਹਰਲੇ ਘਰ ਕਦੇ ਦਰਵਾਜ਼ੇ ਵੱਲ ਲੈ ਜਾਂਦਾ। ਬੰਟੀ ਮੇਰਾ ਜੂੜਾ ਫੜ ਕੇ ਖਿੱਚਦਾ ਤੇ ਤੋਤਲੀ ਆਵਾਜ਼ 'ਚ ਕਹਿੰਦਾ, ਭੱਜ ਮੇਰੇ ਘੋਲੇ, ਹੋਰ ਤੇਜ਼ ਭੱਜ। ਜਦੋਂ ਬੰਟੀ ਦੀ ਉਮਰ ਸਕੂਲ ਜਾਣ ਦੀ ਹੋ ਗਈ, ਅਸੀਂ ਉਹਨੂੰ ਉਹਦੇ ਦਾਦਕੇ ਪਿੰਡ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨਿਆ। ਆਖਿਰਕਾਰ ਉਹਨੂੰ ਨਾਨਕੇ ਪਿੰਡ ਹੀ ਸਰਕਾਰੀ ਸਕੂਲ ਪੜ੍ਹਨੀ ਪਾਤਾ। ਬੰਟੀ ਪੜ੍ਹਨ 'ਚ ਹੁਸ਼ਿਆਰ ਹੋਣ ਕਰਕੇ ਉਹਦੇ ਅਧਿਆਪਕ ਵੀ ਉਹਨੂੰ ਪਿਆਰ ਕਰਨ ਲੱਗੇ। ਉਹਦਾ ਹੱਸੂ ਹੱਸੂ ਕਰਦਾ ਚਿਹਰਾ ਸਭ ਨੂੰ ਖੁਸ਼ੀਆਂ ਵੰਡਦਾ ਰਹਿੰਦਾ। ਉਹ ਸਾਨੂੰ ਆਪਣੇ ਦਾਦਕੇ ਪਿੰਡ ਜਾਣ ਦਾ ਨਾਂ ਨਹੀਂ ਸੀ ਲੈਣ ਦਿੰਦਾ। ਅਸੀਂ ਸਾਰਿਆਂ ਉਹਦੀ ਖਿਝ ਪਾ ਰੱਖੀ ਸੀ। ਉਹਨੂੰ ਛੇੜਦੇ, ਬੰਟੀ ਆਪਣੇ ਦਾਦਕੇ ਪਿੰਡ ਕਦੋਂ ਜਾਣਾ? ਉਹ ਅੱਗੋਂ ਗੁੱਸੇ ਨਾਲ ਤਾਂਗੜ ਕੇ ਕਹਿੰਦਾ, ਕਿਉਂ ਜਾਵਾਂ, ਉਹੀ ਪਿੰਡ ਆ ਮੇਰਾ, ਇੱਥੇ ਹੀ ਰਹੂੰ। ਰੱਸੀ ਧਰ ਕੇ ਵੰਡੀ ਪਾ ਲੂੰ ਅੱਧੇ ਘਰ ਦੀ। ਅਸੀਂ ਸਾਰੇ ਖਿੜਖੜਾ ਕੇ ਹੱਸਦੇ, ਉਹ ਆਪ ਵੀ ਹੱਸ ਪੈਂਦਾ। ਅਚਾਨਕ ਹੋਏ ਹਾਦਸੇ 'ਚ ਬੰਟੀ ਦੀ ਮੌਤ ਹੋ ਗਈ ਸੀ। ਅੱਜ ਉਦੋਂ ਅਸਮਾਨ ਪਾਟ ਗਿਆ ਜਦੋਂ ਬੰਟੀ ਦੀ ਅਰਥੀ ਸਿਵਿਆਂ ਦੇ ਰਾਹ ਲੈ ਤੁਰੇ। ਘਰ 'ਚ ਕੂਕਾਂ ਚੀਕਾਂ ਵੈਣ ਚੱਲੇ ਨਹੀਂ ਸੀ ਜਾਂਦੇ। ਸਾਰਾ ਪਰਿਵਾਰ ਕੰਧਾਂ ਨਾਲ ਟੱਕਰਾਂ ਮਾਰਦਾ। ਹਰ ਕਿਸੇ ਦੀਆਂ ਅੱਖਾਂ ਨਮ ਸਨ। ਕੋਈ ਦਿਲ ਨਹੀਂ ਸੀ ਜਿਹਨੇ ਠੰਡਾ ਹੌਕਾ ਨਾ ਭਰਿਆ ਹੋਵੇ। ਅਸੀਂ ਬੇਸੁੱਧ ਜਿਹੇ ਅਰਥੀ ਚੁੱਕੀ ਜਾ ਰਹੇ ਸੀ। ਜਦੋਂ ਬੰਟੀ ਦੀ ਚਿਖਾ ਤਿਆਰ ਕੀਤੀ ਜਾ ਰਹੀ ਸੀ ਤਾਂ ਉਹਦੀ ਅਰਥੀ ਜ਼ਮੀਨ ਤੇ ਪਈ ਸੀ। ਸਭ ਕੁਝ ਸ਼ਾਂਤ ਸੀ। ਕਦੇ ਨਾ ਚੁੱਪ ਰਹਿਣ ਵਾਲੇ ਬੰਟੀ ਦਾ ਭੋਲਾ ਭਾਲਾ ਚਿਹਰਾ ਖਾਮੋਸ਼ ਸੀ। ਮੈਨੂੰ ਲੱਗਾ ਜਿਵੇਂ ਬੰਟੀ ਹੁਣੇ ਉੱਠ ਮੇਰੇ ਮੋਢਿਆਂ ਤੇ ਬੈਠ ਜੂੜਾ ਪਿੱਛੇ ਵੱਲ ਖਿੱਚ ਕਹਿ ਦੇਗਾ, ਚੱਲ ਮੇਰੇ ਘੋੜੇ ਘਰ ਚੱਲ। ਪਰ ਨਹੀਂ, ਇੰਜ ਨਹੀਂ ਹੋਇਆ। ਅਸੀਂ ਉਹਨੂੰ ਆਪਣੇ ਹੱਥੀਂ ਚੁੱਕ ਚਿਖਾ ਤੇ ਰੱਖ ਦਿੱਤਾ। ਚਿੱਟੀਆਂ ਚੁੰਨੀਆਂ ਵਾਲੀਆਂ ਔਰਤਾਂ ਦੇ ਇਕੱਠ 'ਚੋਂ ਦੋ ਹੱਥ ਉੱਪਰ ਵੱਲ ਉੱਠੇ। ਇੱਕ ਸੀਨਾ ਚੀਰਵੀਂ ਆਵਾਜ਼ ਨਿਕਲੀ, ਲੁੱਟਿਆ ਗਿਆ ਵੇ ਮੇਰਾ ਢਾਕ ਬੰਗਲਾ ਲੋਕੋ। ਜ਼ੋਰ ਦੀ ਦਹੱਥੜ ਮਾਰੂ ਜ਼ਮੀਨ ਤੇ ਢੇਰੀ ਹੋ ਗਈ। ਪਾਣੀ ਦੀ ਬਾਲਟੀ ਵਾਲੀ ਔਰਤ ਤੇਜ਼ੀ ਨਾਲ ਉੱਧਰ ਦੌੜੀ। ਸ਼ਾਇਦ ਬੰਟੀ ਦੀ ਮਾਂ ਨੂੰ ਦੰਦਲ ਪੈ ਗਈ ਸੀ। ਕੁਝ ਔਰਤਾਂ ਉਹਨੂੰ ਸਾਂਭਣ ਲੱਗੀਆਂ, ਬਾਕੀ ਸਭ ਪਿੱਛੇ ਮੁੜ ਗਈਆਂ। ਇੰਨੇ ਚਿਰ ਨੂੰ ਚੌਕੀਦਾਰ ਦੀ ਪੈੜ ਚਾਲ ਤੇ ਡਾਂਗ ਦਾ ਖੜਾਕ ਸੁਣ ਗੁਆਂਢੀਆਂ ਦਾ ਕੁੱਤਾ ਭੌਂਕਿਆ। ਰਾਤ ਸ਼ਾਇਦ ਅੱਧ ਟੱਪ ਚੁੱਕੀ ਸੀ। ਮੈਂ ਅਤੀਤ 'ਚੋਂ ਗੁਆਚਿਆ ਵਾਪਸ ਪਰਤਿਆ। ਸਰਾਣੇ ਪਏ ਪਾਣੀ ਦਾ ਗਲਾਸ ਚੁੱਕ ਘੁੱਟ ਭਰ ਬੁੱਲ ਗਿੱਲੇ ਕੀਤੇ। ਬੰਟੀ ਦੇ ਸੱਖਣੇ ਪਏ ਮੰਜੇ ਵੱਲ ਦੇਖਿਆ ਕਿ ਸਾਨੂੰ ਇੰਨਾ ਪਿਆਰ ਕਰਨ ਵਾਲਾ, ਸਾਥੋਂ ਬਿੰਦ ਝੱਟ ਵੀ ਪਰੇ ਨਾ ਹੋਣ ਵਾਲਾ ਬੰਟੀ ਅੱਜ ਮੋਹ ਦੀਆਂ ਪੀਡੀਆਂ ਤੰਦਾਂ ਤੋੜ ਕਿੱਥੇ ਚਲਾ ਗਿਆ। ਹੁਣ ਉਹ ਸਾਨੂੰ ਕਿਤੇ ਵੀ ਤੇ ਕਦੇ ਵੀ ਨਹੀਂ ਮਿਲਣਾ। ਅਜਿਹਾ ਸੋਚ ਕਈ ਵਾਰ ਰੱਬ ਨਾਲ ਆਡਾ ਲਾਉਣ ਨੂੰ ਦਿਲ ਕਰਦਾ ਕਿ ਰੱਬਾ, ਸਾਨੂੰ ਪਿਆਰ ਕਰਨ ਵਾਲਾ, ਹਮੇਸ਼ਾ ਖੁਸ਼ ਰਹਿਣ ਤੇ ਰੱਖਣ ਵਾਲੇ ਬੰਟੀ ਨੇ ਭਲਾ ਤੇਰਾ ਕੀ ਵਿਗਾੜਿਆ ਸੀ? ਤੂੰ ਕਿਉਂ ਬਿੰਦ ਝਪਟ ਲਿਆ ਸਾਥੋਂ ਬੰਟੀ? ਹੁਣ ਇਸ ਚੁਬਾਰੇ 'ਚ ਬੰਟੀ ਦੇ ਹਾਸੇ ਕਦੇ ਨਹੀਂ ਗੂੰਜਣਗੇ। ਚੁਬਾਰੇ ਦੀਆਂ ਕੰਧਾਂ ਸੋ ਗ੍ਰਸਤ ਹੋਈਆਂ ਖੜੀਆਂ ਸਨ। ਮੇਰੀ ਨੀਂਦ ਕਿਧਰੇ ਖੰਭ ਲਾ ਕੇ ਉੱਡ ਚੁੱਕੀ ਸੀ। ਮੈਂ ਗੋਡੇ ਢਿੱਡ ਨਾਲ ਲਾ ਗਠੜੀ ਜਿਹਾ ਬਣ ਦਿਨ ਚੜ੍ਹਨ ਦੀ ਉਡੀਕ ਕਰਨ ਲੱਗਾ। ਧੰਨਵਾਦ। ਅਗਲੀ ਕਹਾਣੀ ਹੈ ਰੱਜੋ। ਰੱਜੋ ਦੀ ਕਿਹੜਾ ਅਜੇ ਵਿਆਹ ਦੀ ਉਮਰ ਸੀ। ਉਹਦੇ ਤਾਂ ਅਜੇ ਹੱਸਣ ਖੇਡਣ ਦੇ ਦਿਨ ਸਨ। ਉਹਦੀ ਮਾਸੀ ਨੇ ਤਾਂ ਗੇੜਾ ਬੰਨ੍ਹ ਰੱਖਿਆ ਸੀ, ਆਖੇ ਕਮਲੇ ਨਾ ਬਣੋ, ਮੇਰੀ ਮੰਨੋ ਤਾਂ ਨੰਦ ਦੇਣ ਦੀ ਗੱਲ ਕਰੋ। ਆਪਣਾ ਹੁਣ ਚੌਲੀ ਸਰਦਾ, ਕੱਲ ਨੂੰ ਮੁੰਡੇ ਦੇਖਦਿਆਂ ਦੇ ਛਿੱਤਰ ਟੁੱਟਣਗੇ। ਨਾਲੇ ਅਗਲਿਆਂ ਦੇ ਮੂੰਹ ਬੜੇ ਅੱਡੇ ਆ ਅੱਜ ਕੱਲ੍ਹ। ਉਹ ਤਾਂ ਮੈਂ ਹੀ ਅਟਕਾਏ ਹੋਏ ਆ। ਪੈਸੇ ਵਾਲੇ ਨੇ, ਚਾਹੇ ਆਥਣ ਨੂੰ ਮੁੰਡਾ ਵਿਆਹ ਲੈਣ। ਮਾਸੀ ਪਤਾ ਨਹੀਂ ਕਿਸ ਲਾਲਚ ਵੱਸ ਆਪਣੀ ਭੈਣ ਦੀ ਗਰੀਬੀ ਦਾ ਫਾਇਦਾ ਉਠਾਉਣਾ ਚਾਹੁੰਦੀ ਸੀ। ਰਿਸ਼ਤਾ ਆਪਣੇ ਸ਼ਹਿਰ ਰਹਿੰਦੀ ਜਠਾਣੀ ਦੇ ਮਰ ਜਾਣ ਪਿੱਛੋਂ ਉਹਦੇ ਮੁੰਡੇ ਨੂੰ ਕਰਵਾਉਣ ਲਈ ਪੱਬਾਂ ਭਾਰ ਹੋਈ ਪਈ ਸੀ। ਵਿਆਹ ਦਾ ਨਾਂ ਸੁਣ ਰੱਜੋ ਦੇ ਸਾਹ ਸੁੱਤੇ ਗਏ। ਵਿਆਹ ਵਾਲੇ ਦਿਨ ਲੋਕੀ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰ ਰਹੇ ਸੀ, ਕਿਉਂਕਿ ਰੱਜੋ ਦੀ ਉਮਰ ਮੁੰਡੇ ਨਾਲੋਂ ਕਿਤੇ ਛੋਟੀ ਲੱਗਦੀ ਸੀ। ਇੱਕ ਵਾਰ ਤਾਂ ਰੱਜੋ ਦੀ ਮਾਂ ਨੂੰ ਵੀ ਲੱਗਿਆ ਕਿ ਉਹਨੇ ਭੈਣ ਦੇ ਆਖੇ ਲੱਗ ਜਿਵੇਂ ਕੁੜੀ ਕਾਢਿਆਂ ਦੇ ਭੌਣ 'ਚ ਸੁੱਟ ਗਲਤੀ ਕੀਤੀ ਹੋਵੇ।
ਨਵੀਂ ਵਿਆਹੀ ਰੱਜੋ ਮਜਬੂਰੀ ਦੀ ਦਲਦਲ 'ਚ ਫਸੀ ਹੋਈ ਅਣਭੋਲ ਜਿਹੀ ਮਾਸੂਮ ਜਿੰਦ ਲੱਗਦੀ ਸੀ, ਕਿਉਂਕਿ ਘਰ 'ਚ ਸੱਸ ਨਾ ਹੋਣ ਕਰਕੇ ਉਹਦੇ ਸਿਰ ਤੇ ਰੱਖੀ ਕਬੀਲਦਾਰੀ ਦੀ ਪੰਡ ਉਹਦੇ ਵਿੱਤ ਨਾਲੋਂ ਕਿਤੇ ਜ਼ਿਆਦਾ ਭਾਰੀ ਸੀ। ਉਹਨੂੰ ਸਹੁਰਾ ਘਰ ਸੁੰਨਾ ਸੁੰਨਾ ਲੱਗਦਾ। ਸਖਤ ਸੁਭਾਅ ਵਾਲਾ ਸਹੁਰਾ ਜਦੋਂ ਘਰ 'ਚ ਉੱਚਾ ਨੀਵਾਂ ਬੋਲਦਾ ਤਾਂ ਰੱਜੋ ਦਾ ਕਲੇਜਾ ਸੁੰਗੜ ਕੇ ਰਹਿ ਜਾਂਦਾ। ਉਹਦਾ ਪਤੀ ਵੀ ਕੰਮਕਾਰ ਦੇ ਚੱਕਰ 'ਚ ਦੇਰ ਸਵੇਰ ਹੀ ਘਰੇ ਆਉਂਦਾ ਸੀ। ਵੱਡੀ ਨਣਦ ਕਦੇ ਕਦਾਈ ਬਿੰਦ ਝੱਟ ਲਈ ਆਉਂਦੀ ਤਾਂ ਉਹ ਵੀ ਮਰੀ ਮਾਂ ਨੂੰ ਯਾਦ ਕਰਦਿਆਂ ਹਟਕੋਰੇ ਲੈ ਚਲੀ ਜਾਂਦੀ। ਰੱਜੋ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਆਉਂਦਾ ਜਿੱਥੋਂ ਉਹਨੂੰ ਪਿਆਰ ਮਿਲ ਸਕੇ। ਨਿਰਾਸ਼ਾ ਦੇ ਆਲਮ 'ਚ ਸਮੇਂ ਦਾ ਚੱਕ ਚੱਲਦਾ ਗਿਆ। ਰੱਜੋ ਸੋਚਾਂ ਸੋਚਦੀ ਉਦਾਸ ਹੋ ਜਾਂਦੀ। ਘਰ 'ਚ ਭਾਵੇਂ ਨੌਕਰ ਚਾਕਰ ਪੈਸਾ ਧੇਲਾ ਸਭ ਕੁਝ ਸੀ, ਪਰ ਜੋ ਪਿਆਰ ਰੱਜੋ ਭਾਲਦੀ ਉਹ ਤੋਂ ਬਿਨਾਂ ਇਹ ਸਭ ਕੁਝ ਬੇਅਰਥ ਸੀ। ਹੁਣ ਦੂਜਾ ਝੋਰਾ ਉਹਨੂੰ ਸਮਾਂ ਲੰਘਦਿਆਂ ਕੁੱਖ ਹਰੀ ਨਾ ਹੋਣ ਦਾ ਸੀ। ਆਂਢਣਾ ਗੁਆਂਢਣਾ ਉਹਨੂੰ ਉਹਦੀ ਮਰੀ ਸੱਸ ਦੀ ਰੁੱਧ ਰੋਕ ਕਹਿ ਛੱਡਦੀਆਂ। ਅਸਲ 'ਚ ਉਹਨੂੰ ਡਾਕਟਰੀ ਇਲਾਜ ਦੀ ਲੋੜ ਸੀ, ਪਰ ਇਹਦੇ ਉਲਟ ਉਹਨੂੰ ਡੇਰੇ ਵਾਲੇ ਸਾਧ ਦੀਆਂ ਚੌਂਕੀਆਂ ਭਰਨ ਲਈ ਕਿਹਾ ਜਾਂਦਾ। ਡੇਰੇ ਮੱਥਾ ਟੇਕਣ ਗਈ ਰੱਜੋ ਨੂੰ ਬਾਬੇ ਦੇ ਖਚਰੇ ਚਿਹਰੇ ਤੇ ਬਘਿਆੜ ਦੇ ਪੰਜਿਆਂ ਵਰਗੇ ਹੱਥਾਂ ਤੋਂ ਡਰ ਲੱਗਿਆ ਤਾਂ ਇੱਕਦਮ ਸਹਿਮ ਗਈ। ਮਲੂਕ ਜਿਹੀ ਜਿੰਦ ਨੂੰ ਜਿਵੇਂ ਸ਼ਿਕਾਰੀਆਂ ਨੇ ਘੇਰ ਲਿਆ ਹੋਵੇ। ਉਹਦਾ ਡੇਰੇ 'ਚ ਬਣੇ ਥੜੇ ਤੇ ਬੈਠੇ ਬਾਬੇ ਤੱਕ ਪਹੁੰਚਣ ਦਾ ਹੌਸਲਾ ਨਹੀਂ ਸੀ ਪਿਆ। ਉਹਨੇ ਹੱਥ ਜੋੜ ਅੱਖਾਂ ਬੰਦ ਕਰ ਅਰਜ਼ੋਈ ਕੀਤੀ, ਸੱਚੇ ਪਾਤਸ਼ਾਹ, ਮੈਨੂੰ ਕਿਹੜੇ ਜਨਮ ਦੀ ਸਜ਼ਾ ਦੇਣ ਲੱਗਿਆ। ਉਹਦਾ ਸਿਰ ਚਕਰਾਇਆ, ਉਹ ਬੇਸੁੱਧ ਹੋ ਕੇ ਥਾਈਂ ਬੈਠ ਗਈ। ਬਾਬੇ ਨੇ ਟੇਢੀ ਅੱਖ ਨਾਲ ਸਭ ਕੁਝ ਭਾਂਪਦਿਆਂ ਉਹਨੂੰ ਅਗਲੀ ਚੌਂਕੀ ਤੇ ਆਉਣ ਦਾ ਵਚਨ ਕੀਤਾ। ਹੁਣ ਰੱਜੋ ਪੂਰੀ ਤਰ੍ਹਾਂ ਮਾਨਸਿਕ ਰੋਗੀ ਬਣ ਚੁੱਕੀ ਸੀ। ਇਸ ਘਰ ਦੀ ਹਰੇਕ ਸ਼ੈ ਉਹਨੂੰ ਡਰਾਉਣੀ ਲੱਗਦੀ। ਉਹ ਚੀਕਾਂ ਮਾਰਦੀ, ਆਪਣੀ ਮਿੱਡੀਆਂ ਪੁੱਟਦੀ। ਹੁਣ ਉਹ ਮੰਜੇ ਨਾਲ ਜੋੜ ਹੱਡੀਆਂ ਦੀ ਮੁੱਠੀ ਬਣ ਗਈ। ਫਿਰ ਇੱਕ ਦਿਨ ਉਹਨੇ ਆਪਣੇ ਪੇਕੇ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਦੀ ਇੱਛਾ ਦੱਸੀ। ਕਾਰ ਉਹਦੇ ਪੇਕੇ ਪਿੰਡ ਦੇ ਰਾਹ ਤੇ ਹਵਾ ਨੂੰ ਗੰਢਾਂ ਦਿੰਦੀ ਪਾਸਿਆਂ ਤੇ ਖੜੇ ਲੰਮੇ ਲੰਮੇ ਦਰਖਤਾਂ ਨੂੰ ਪਿੱਛੇ ਛੱਡਦੀ ਜਾ ਰਹੀ ਸੀ। ਰੱਜੋ ਦੇ ਸਿਰਫ ਬੁੱਲ੍ਹ ਹੀ ਹਿੱਲ ਰਹੇ ਸਨ। ਕਦੇ ਕਦੇ ਬੜੇ ਜ਼ੋਰ ਨਾਲ ਅੱਖ ਪੁੱਟ ਕੇ ਦੇਖਣ ਦੀ ਕੋਸ਼ਿਸ਼ ਕਰਦੀ ਤੇ ਸੋਚਦੀ, ਕਦੇ ਇਸ ਰਾਹ ਉਹਦੀ ਡੋਲੀ ਵਾਜੇ ਗਾਜੇ ਧੂਮ ਧੜੱਕੇ ਨਾਲ ਲੰਘੀ ਸੀ। ਉਦੋਂ ਉਹਦੇ ਨਵੇਂ ਅਰਮਾਨ ਸੀ, ਪਰ ਨਵੀਂ ਸੋਚ ਨਾਲ ਸੁਪਨੇ ਸਜਾ ਕੇ ਜ਼ਿੰਦਗੀ ਜਿਉਣ ਦੀ ਚਾਹਨਾ ਸੀ। ਪਰ ਅੱਜ ਅਜਿਹੀ ਨਰਕ ਭਰੀ ਸਹਿਮ ਕੇ ਜਿਉਣ ਵਾਲੀ ਜ਼ਿੰਦਗੀ ਤੋਂ ਮੁਕਤ ਹੋਣਾ ਚਾਹੁੰਦੀ ਸੀ। ਸਾਹਮਣੇ ਤੋਂ ਪਿੰਡ ਵਾਲੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਿਖਾਈ ਦੇਣ ਲੱਗਿਆ ਤਾਂ ਉਸ ਦੋਵੇਂ ਹੱਥ ਜੋੜ ਨਮਸਕਾਰ ਕੀਤੀ। ਫਿਰ ਇੱਕ ਲੰਮਾ ਹੌਕਾ ਲਿਆ ਤੇ ਉਹਦੇ ਪ੍ਰਾਣ ਨਿਕਲ ਗਏ। ਧੰਨਵਾਦ। ਰੁਤਬਾ ਕਹਾਣੀ। ਬਾਪੂ ਜੀ ਨੂੰ ਰਿਟਾਇਰ ਹੋਇਆਂ 3 ਮਹੀਨੇ ਬੀਤ ਚੁੱਕੇ ਸਨ। ਅਜੇ ਤੱਕ ਘਰ 'ਚ ਉਹਦਾ ਰੋਹਬ ਦਾਬ ਬਣਿਆ ਹੋਇਆ ਸੀ। ਉਹਨੂੰ ਮਿਲੇ 10 ਲੱਖ ਰੁਪਏ ਦੀਆਂ ਸਕੀਮਾਂ ਲਾਈਆਂ ਜਾ ਰਹੀਆਂ ਸਨ। ਬਾਪੂ ਭਾਵੇਂ ਆਪਣੀ ਮਿਹਨਤ ਨਾਲ ਕਮਾਈ ਪੂੰਜੀ ਦਾ ਕੁਝ ਹਿੱਸਾ ਰਹਿੰਦੀ ਜ਼ਿੰਦਗੀ ਲਈ ਸਾਂਭ ਕੇ ਰੱਖਣਾ ਚਾਹੁੰਦਾ ਸੀ, ਪਰ ਦੋਨਾਂ ਪੁੱਤਰਾਂ ਵੱਲੋਂ ਸਾਰਾ ਪੈਸਾ ਇੱਕ ਵੱਡੀ ਦੁਕਾਨ ਖੋਲ੍ਹਣ ਲਈ ਜ਼ੋਰ ਪਾਇਆ ਜਾ ਰਿਹਾ ਸੀ। ਖੇਤੀ 'ਚ ਤਾਂ ਕੁਝ ਹੱਥ ਪੱਲੇ ਨਹੀਂ ਸੀ ਪੈਂਦਾ। ਮਿੱਟੀ ਨਾਲ ਮਿੱਟੀ ਹੋਇਆਂ ਵੀ ਉਹਨਾਂ ਦੀਆਂ ਘਰ ਵਾਲੀਆਂ ਵੀ ਇਸੇ ਗੱਲ 'ਚ ਰਾਜ਼ੀ ਸਨ ਕਿ ਕਿਸੇ ਤਰ੍ਹਾਂ ਭਈਆਂ ਦੀਆਂ ਤੌਣ ਰੋਟੀਆਂ ਪਕਾਉਣ ਤੋਂ ਖਹਿੜਾ ਛੁੱਟ ਜਾਏ। ਆਖਿਰਕਾਰ ਬਾਪੂ ਨੇ ਸਾਰੇ ਟੱਬਰ ਦੀਆਂ ਸੁਣ ਅਣਮੰਨੇ ਜਿਹੇ ਮਨ ਨਾਲ ਪੈਸਾ ਦੁਕਾਨ ਤੇ ਖਰਚ ਕਰ ਦਿੱਤਾ। ਦੁਕਾਨ ਵੱਡੀ ਤੇ ਸ਼ਾਨੋ ਸ਼ੌਕਤ ਵਾਲੀ ਸੀ। ਸਭ ਤੋਂ ਅੱਗੇ ਦੁਕਾਨ 'ਚ ਬਣੇ ਕਾਊਂਟਰ ਤੇ ਘੁੰਮਣ ਵਾਲੀ ਕੁਰਸੀ ਬਾਪੂ ਲਈ ਸੀ। ਉਹ ਤੋਂ ਅੱਗੇ ਵੱਡੇ ਤੇ ਛੋਟੇ ਮੁੰਡੇ ਦੀਆਂ ਕੁਰਸੀਆਂ ਸਨ। ਦੁਕਾਨ ਦਾ ਕੰਮ ਥੋੜ੍ਹੇ ਹੀ ਸਮੇਂ 'ਚ ਸਿਖਰ ਤੇ ਜਾ ਚੜ੍ਹਿਆ। ਦੁਕਾਨ ਦੇ ਸਿਰੋਂ ਦੋਵੇਂ ਮੁੰਡਿਆਂ ਨੇ ਇੱਕੋ ਜਿਹੀਆਂ ਆਲੀਸ਼ਾਨ ਕੋਠੀਆਂ ਬਣਾ ਲਈਆਂ। ਇੱਧਰ ਬਾਪੂ ਕਦੇ ਕਿਸੇ ਗਾਹਕ ਨੂੰ ਘੱਟ ਰੇਟ ਤੇ ਸਮਾਨ ਦੇਣ ਤੋਂ ਇਨਕਾਰੀ ਹੋ ਜਾਂਦਾ ਵੇਖ ਕੇ ਦੁਕਾਨਦਾਰੀ ਖਰਾਬ ਹੋਣ ਦੇ ਡਰੋਂ ਬਾਪੂ ਦੀ ਕੁਰਸੀ ਪਹਿਲੇ ਤੋਂ ਦੂਜੇ ਤੇ ਫਿਰ ਤੀਸਰੇ ਨੰਬਰ ਤੇ ਕਰਤੀ। ਅਖੀਰ ਵਾਲੀ ਕੁਰਸੀ ਤੇ ਬੈਠਾ ਬਾਪੂ ਆਪਣੇ ਸੁਭਾਅ ਮੁਤਾਬਕ ਦੁਕਾਨ 'ਚ ਕੰਮ ਕਰਦੇ ਨੌਕਰ ਦੀ ਟੋਕਾ ਟਾਕੀ ਕਰਦਾ ਵੇਖ ਵੱਡੇ ਪੁੱਤਰ ਨੇ ਬਾਪੂ ਨੂੰ ਆਖਤਾ, ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਹੁਣ ਘਰੇ ਬੈਠ ਕੇ ਆਰਾਮ ਕਰਿਆ ਕਰ। ਘਰ ਬੈਠਿਆਂ ਸਮਾਂ ਨਾ ਲੰਘਦਾ। ਨਾਲੇ ਨੂੰਹਾਂ ਇਸ ਗੱਲੋਂ ਖਫਾ ਸੀ ਕਿ ਕਿੱਥੇ ਸਾਡੀ ਰਾਖੀ ਤੇ ਬਿਠਾਤਾ। ਜੇ ਕੋਈ ਘਰੇ ਆਉਂਦਾ ਤਾਂ ਵੀ ਬੁੱਢਾ ਆਨੇ ਕੱਢ ਦੇਖਦਾ, ਜੇ ਕਿਤੇ ਜਾਣਾ ਹੁੰਦਾ ਤਾਂ ਵੀ ਦੱਸ ਕੇ ਜਾਣਾ ਪੈਂਦਾ। ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਬਾਪੂ ਦੀ ਮੰਜੀ ਕੋਠੀਆਂ ਦੇ ਪਿਛਵਾੜੇ ਜਾ ਪਹੁੰਚੀ। ਮੁੰਡਿਆਂ ਦੁਕਾਨ ਦੀ ਮਾਰਕੀਟ ਤੇਜ਼ ਕਰਨ ਲਈ ਬਾਪੂ ਦੀ ਦੁਕਾਨ ਦਾ ਨਾਂ ਵੀ ਬਦਲ ਲਿਆ ਸੀ, ਪਰ ਦੁਕਾਨ ਲਗਾਤਾਰ ਘਾਟੇ ਵੱਲ ਤੁਰੀ ਜਾ ਰਹੀ ਸੀ। ਨੌਕਰੀ ਕਰਦਿਆਂ ਸਮੇਂ
ਸਮੇਂ ਸਿਰ ਪ੍ਰਮੋਸ਼ਨ ਨਾ ਮਿਲਣ ਕਰਕੇ ਬਾਪੂ ਵੱਲੋਂ ਮਹਿਕਮੇ ਤੇ ਕੀਤੇ ਕੇਸ ਦੀ ਪੈਰਵਾਈ ਲਈ ਬਾਪੂ ਬਾਂਹ 'ਚ ਝੋਲਾ ਪਾ ਹੱਥ ਖੂੰਡੀ ਫੜ ਕਚਹਿਰੀ ਜਾਣ ਲੱਗ ਪਿਆ। ਕੇਸ ਦਾ ਫੈਸਲਾ ਉਹਦੇ ਹੱਕ 'ਚ ਹੋ ਗਿਆ। ਕਾਫੀ ਪੈਸਾ ਮਿਲਣ ਬਾਰੇ ਸੁਣਦਿਆਂ ਹੀ ਹੁਣ ਦੋਵੇਂ ਪੁੱਤਰ ਤੇ ਨੂੰਹਾਂ ਬਾਪੂ ਦੇ ਅੱਗੇ ਪਿੱਛੇ ਘੁੰਮ ਰਹੇ ਸਨ। ਬਾਪੂ ਦੇ ਵਧੇਰੇ ਆਗਿਆਕਾਰੀ ਬਣ ਬਾਪੂ ਨੂੰ ਆਪਣੇ ਨਾਲ ਰੱਖਣ ਲਈ ਤਰਲੋ ਮੱਛੀ ਹੋ ਰਹੇ ਸਨ। ਦੋਵੇਂ ਕੋਠੀਆਂ ਦੇ ਦਲਾਨਾਂ 'ਚ ਵਧੀਆ ਕੁਰਸੀਆਂ ਬਾਪੂ ਦੇ ਬੈਠਣ ਲਈ ਸਜ ਗਈਆਂ ਸੀ। ਬਾਪੂ ਆਪਣਾ ਰੁਤਬਾ ਸਮਝਦਾ ਹੋਇਆ ਦੋਨਾਂ ਦੀਆਂ ਕੋਠੀਆਂ 'ਚ ਡਈਆਂ ਕੁਰਸੀਆਂ ਤੇ ਬੈਠਣ ਤੋਂ ਇਨਕਾਰ ਕਰ ਗਿਆ ਤੇ ਸ਼ਹਿਰ 'ਚ ਨਵੇਂ ਖੁੱਲ੍ਹੇ ਥੋੜ੍ਹੇ ਜਿਹੇ ਪੈਸੇ ਲੈ ਕੇ ਸਭ ਸਹੂਲਤਾਂ ਦੇਣ ਵਾਲੇ ਬਿਰਧ ਆਸ਼ਰਮ ਦਾ ਸਹਿਯੋਗੀ ਮੈਂਬਰ ਜਾ ਬਣਿਆ। ਧੰਨਵਾਦ। ਅਗਲੀ ਕਹਾਣੀ ਹੈ ਇੱਜ਼ਤ। ਹੁਣ ਸੁੱਚਾ ਸਿੰਘ ਨੂੰ ਇਸ ਗੱਲ ਦਾ ਫਿਕਰ ਹੀ ਨਹੀਂ, ਸਗੋਂ ਪੂਰਾ ਯਕੀਨ ਹੋ ਗਿਆ ਕਿ ਬਗੈਰ ਪਾਰਟੀ ਬਦਲਿਆਂ ਸਰਪੰਚੀ ਹਥਿਆਉਣੀ ਬੜੀ ਔਖੀ ਗੱਲ ਹੈ, ਕਿਉਂਕਿ ਦੂਜੇ ਧੜੇ ਦਾ ਪਲੜਾ ਉਹਦੇ ਮੁਕਾਬਲੇ ਕਾਫੀ ਭਾਰਾ ਜਾਪਦਾ ਸੀ। ਅੱਜ ਉਹਨੇ ਪਾਰਟੀ ਛੱਡਣ ਦਾ ਮਨ ਬਣਾ ਲਿਆ। ਅਗਲੇ ਦਿਨ ਦੂਸਰੀ ਪਾਰਟੀ ਦੇ ਪਤਵੰਤਿਆਂ ਵੱਲੋਂ ਪਿੰਡ 'ਚ ਵਿਸ਼ੇਸ਼ ਇਕੱਠ ਕਰ ਮੰਤਰੀ ਜੀ ਹੱਥੋਂ ਸੁੱਚਾ ਸਿੰਘ ਦੇ ਗਲੇ 'ਚ ਹਾਰ ਪਵਾ ਕੇ ਸਨਮਾਨਿਤ ਕੀਤਾ ਗਿਆ। ਮੰਤਰੀ ਜੀ ਨੇ ਆਪਣੇ ਲੱਛੇਦਾਰ ਭਾਸ਼ਣ ਦਾ ਪ੍ਰਭਾਵ ਪਾਉਂਦਿਆਂ ਸੁੱਚਾ ਸਿੰਘ ਵਰਗੇ ਮਿਹਨਤੀ ਤੇ ਅਣਥੱਕ ਵਰਕਰ ਨੂੰ ਵੋਟਾਂ ਪਾ ਕੇ ਸਰਪੰਚ ਬਣਾਉਣ ਦੀ ਗੱਲ ਕਹੀ, ਤਾਂ ਜੋ ਪਿੰਡ ਦੇ ਸੁਧਾਰ ਤੇ ਵਿਕਾਸ ਲਈ ਸੂਝਵਾਨ ਵਿਅਕਤੀ ਅੱਗੇ ਆ ਸਕੇ। ਸੁੱਚਾ ਸਿੰਘ ਦੇ ਪਾਰਟੀ ਛੱਡਣ ਦੀ ਸੂਹ ਰਾਤੋਂ ਰਾਤ ਪਾਰਟੀ ਹਾਈ ਕਮਾਨ ਕੋਲ ਜਾ ਪਹੁੰਚੀ। ਅਗਲੇ ਦਿਨ ਪਹਿਲੀ ਪਾਰਟੀ ਦੇ ਪ੍ਰਧਾਨ ਨੇ ਸੁੱਚਾ ਸਿੰਘ ਨੂੰ ਭ੍ਰਿਸ਼ਟ, ਸਵਾਰਥੀ, ਮੌਕਾਪ੍ਰਸਤ ਤੇ ਹੋਰ ਚਿੱਕੜ ਸੁੱਟਦਿਆਂ ਬਦਨਾਮ ਕਰਨ ਦਾ ਲੰਮਾ ਬਿਆਨ ਅਖਬਾਰ ਦੇ ਅਗਲੇ ਪੰਨੇ ਤੇ ਦਾਗਿਆ। ਪੜ੍ਹ ਸਭ ਪਿੰਡ ਵਾਲੇ ਇਸ ਗੰਦੀ ਰਾਜਨੀਤੀ ਤੋਂ ਹੈਰਾਨ ਹੋ ਕੇ ਮੁਸਕੜੀਆਂ ਹੱਸ ਰਹੇ ਸਨ। ਧੰਨਵਾਦ। ਅਗਲੀ ਕਹਾਣੀ ਹੈ ਟਕਵੰਜ। ਦੌੜੀ ਜਾਂਦੀ ਟ੍ਰੇਨ 'ਚ ਪਹੀਆਂ ਦੀ ਛਕ ਛਕ ਦੀ ਆਵਾਜ਼ ਤੇ ਉਸ ਡੱਬੇ ਵਿਚਲੇ ਮੁਸਾਫਰਾਂ ਦਾ ਹਲਕਾ ਜਿਹਾ ਸ਼ੋਰ ਸੁਣਾਈ ਦੇ ਰਿਹਾ ਸੀ। ਅਚਾਨਕ ਇੱਕ ਕੰਨ ਪਾੜਵੀਂ ਆਵਾਜ਼ ਆਉਣ ਲੱਗੀ, ਹੈ ਕੋਈ ਰੱਬ ਦਾ ਭਗਤ ਜੋ ਭੁੱਖੇ ਨੂੰ ਕੁਝ ਖਾਣ ਲਈ ਦੇਵੇ? ਬਾਬੂ ਜੀ, ਮੈਂ ਕੱਲ ਰਾਤ ਤੋਂ ਕੁਛ ਨਹੀਂ ਖਾਧਾ, ਕੋਈ ਰੁਪਈਆ 2 ਰੁਪਈਏ ਦੇ ਦਿਓ ਅੱਲਾ ਦੇ ਨਾਮ ਤੇ। ਪਾਟੇ ਝੀਟੇ ਕੱਪੜਿਆਂ ਵਾਲਾ ਮਰਜੂ ਜਿਹਾ ਮੁੰਡਾ ਹੱਥ ਫੈਲਾ ਬੋਲਦਾ ਬੋਲਦਾ ਮੇਰੇ ਕੋਲ ਆ ਖੜਿਆ। ਕਾਲਾ ਧੂਰਾ ਚਿਹਰਾ, ਸੁੱਕੇ ਬੁੱਲ ਦੇਖ ਮੇਰੇ ਮਨ 'ਚ ਉਸ ਪ੍ਰਤੀ ਬੜਾ ਰਹਿਮ ਆਇਆ। ਮੈਂ ਦੂਜੇ ਹੀ ਪਲ ਆਪਣੇ ਟਿਫਨ 'ਚ ਪਤਨੀ ਵੱਲੋਂ ਪੈਕ ਕੀਤੀ ਰੋਟੀ ਇਹ ਸੋਚ ਕੇ ਉਹਨੂੰ ਦੇ ਦਿੱਤੀ ਕਿ ਮੈਂ ਆਪੇ ਦੁਪਹਿਰ ਦਾ ਖਾਣਾ ਇੱਕ ਦਿਨ ਕੈਂਟੀਨ 'ਚ ਖਾ ਲਾਂਗਾ। ਉਹਦੀਆਂ ਆਂਦਰਾਂ ਤਾਂ ਮੈਨੂੰ ਅਸੀਸਾਂ ਦੇਣਗੀਆਂ ਖਾ ਕੇ। ਉਹ ਮੈਥੋਂ ਪਰਾਂਠੇ ਤੇ ਪਨੀਰ ਦੀ ਭੁਰਜੀ ਫੜ ਦਰਵਾਜ਼ੇ 'ਚ ਬੈਠ ਖਾਣ ਲੱਗਾ। ਰੋਟੀ ਖਤਮ ਹੁੰਦਿਆਂ ਹੀ ਉੱਥੇ ਲੰਮਾ ਪੈ ਲਿਟਣ ਲੱਗ ਪਿਆ। ਅਗਲੇ ਪਾਸਿਓਂ ਆਏ ਹੋਮਗਾਰਡੀਏ ਨੇ ਜਦੋਂ ਉਹਨੂੰ ਹਲੂਣਿਆ ਤਾਂ ਹੋਰ ਤੇਜ਼ ਹੱਥ ਪੈਰ ਮਾਰਨ ਲੱਗਿਆ। ਹੋਮਗਾਰਡ ਵਾਲਾ ਝੱਟ ਮੇਰੇ ਕੋਲ ਆ ਬੋਲਿਆ, ਸਰਦਾਰ ਜੀ ਕੀ ਦਿੱਤਾ ਇਹਨੂੰ ਰੋਟੀ 'ਚ? ਮੈਂ ਡਰਦਿਆਂ ਸਹਿਮ ਕੇ ਕਿਹਾ, ਜੀ ਕੁਛ ਨਹੀਂ, ਮੈਂ ਤਾਂ ਰੋਟੀ ਆਪਣੇ ਵਾਸਤੇ ਲਿਆਂਦੀ ਸੀ, ਇਹ ਵਿਚਾਰਾ ਭੁੱਖਾ ਸੀ ਇਸ ਕਰਕੇ ਦੇ ਦਿੱਤੀ, ਪਰ ਜੇ ਇਹਨੂੰ ਕੁਛ ਹੋ ਗਿਆ ਤੁਸੀਂ ਤਾਂ ਮਾਰੇ ਜਾਓਗੇ। ਮੇਰਾ ਦਿਮਾਗ ਝੱਟ ਗੇੜਾ ਖਾ ਗਿਆ। ਮੈਂ ਹੋਮਗਾਰਡ ਵਾਲੇ ਦਾ ਤਰਲਾ ਜਿਹਾ ਕੀਤਾ, ਪਰ ਉਹ ਪੈਰਾਂ ਦੇ ਪਾਣੀ ਨਾ ਪੈਣ ਦੇਵੇ। ਮੈਂ ਆਪਣੀ ਜੇਬ 'ਚੋਂ 100 ਦੇ 2 ਨੋਟ ਕੱਢ ਉਸ ਵੱਲ ਕੀਤੇ ਤਾਂ ਅੱਖ ਝਮੱਕੇ ਉਸ ਮੈਥੋਂ ਝਪਟ ਆਪਣੀ ਮੁੱਠੀ 'ਚ ਘੁੱਟ ਲਏ। ਥੋੜ੍ਹੇ ਸਮੇਂ ਬਾਅਦ ਜਦੋਂ ਸਟੇਸ਼ਨ ਆਇਆ ਤਾਂ ਉਹੀ ਸਿਪਾਹੀ ਨੇ ਉਹਨੂੰ ਬਾਹੋਂ ਫੜ ਥੱਲੇ ਉਤਾਰਿਆ ਤਾਂ ਮੈਨੂੰ ਕੁਝ ਸੁੱਖ ਦਾ ਸਾਹ ਆਇਆ। ਜਦੋਂ ਟ੍ਰੇਨ ਤੁਰਨ ਲੱਗੀ ਤਾਂ ਮੈਂ ਖਿੜਕੀ ਵੱਲ ਵੇਖ ਹੱਕਾ ਬੱਕਾ ਰਹਿ ਗਿਆ, ਕਿਉਂਕਿ ਉਹੀ ਮੰਗਤਾ ਹੋਮਗਾਰਡੀਏ ਦੇ ਹੱਥੋਂ ਆਪਣੇ ਹਿੱਸੇ ਦਾ 100 ਦਾ ਪੱਤਾ ਲੈ ਰਫੂ ਚੱਕਰ ਹੋ ਗਿਆ। ਮੈਂ ਆਪਣੇ ਆਪ ਨੂੰ ਫਿਟਕਾਰ ਪਾਈ ਤੇ ਸਾਰਾ ਦਿਨ ਸਟੋਂਕ ਤੇ ਹੋਮਗਾਰਡੀਏ ਨੂੰ ਦਿੱਤੇ 200 ਰੁਪਈਏ ਦਾ ਬਾਰ-ਬਾਰ ਮਨ ਹੀ ਮਨ ਸਮਝੌਤਾ ਕਰਦਾ ਹੋਇਆ ਆਪਣੇ ਆਪ ਨੂੰ ਦਿਲਾਸਾ ਦਿੰਦਾ ਰਿਹਾ। ਧੰਨਵਾਦ। ਅਗਲੀ ਕਹਾਣੀ ਹੈ ਉਦਾਸੀ ਦਾ ਬੋਝ। ਅਜੇ ਕੱਲ ਨੂੰ ਜਸਵੀਰ ਨੇ ਗੱਡੀ ਉਤਰਨਾ ਸੀ, ਪਰ ਗੁਆਂਢੀਆਂ ਨੇ ਤਾਂ ਪਹਿਲਾਂ ਹੀ ਮੁੱਛਾਂ ਸਵਾਰ ਰੱਖੀਆਂ ਸੀ, ਕਿਉਂਕਿ ਫੌਜੀ ਜੰਮੂ ਤੋਂ ਸੇਬ, ਸੁੱਕੇ ਮੇਵਿਆਂ ਤੋਂ ਇਲਾਵਾ ਰਮ-ਸ਼ਮ ਵੀ ਲਿਆਊਗਾ। ਭਾਵੇਂ ਅਜੇ 3 ਘੰਟਿਆਂ ਤੱਕ ਜਸਵੀਰ ਦਾ ਸਟੇਸ਼ਨ ਆਉਣਾ ਸੀ, ਪਰ ਉਹ ਤਾਂ ਅੱਧੀ ਰਾਤ ਤੋਂ ਹੀ ਆਪਣਾ ਸਮਾਨ ਸਮੇਟਣ 'ਚ ਲੱਗ ਗਿਆ ਸੀ। ਹੁਣ ਉਹਨੂੰ ਅਚਵੀ ਜਿਹੀ ਲੱਗੀ ਪਈ ਸੀ ਕਦੋਂ ਉਹ ਘਰ ਪਹੁੰਚ ਕੇ ਸਾਰਿਆਂ ਨੂੰ ਮਿਲੇ, ਆਪਣਾ ਸੂਟਕੇਸ ਖੋਲ, ਬਾਪੂ ਲਈ ਲਿਆਂਦੀ ਕਸ਼ਮੀਰੀ ਲੋਈ, ਬੇਬੇ ਨੂੰ ਭੇਡਾਂ ਦੇ ਉੱਨ ਵਾਲੀ ਕੋਟੀ ਤੇ ਦੋਸਤਾਂ ਮਿੱਤਰਾਂ ਨੂੰ ਲਿਆਂਦੀਆਂ ਸੁਗਾਤਾਂ ਵੰਡੇ। ਪਰ ਗੱਡੀ ਆਪਣੇ ਸਮੇਂ ਤੋਂ 2 ਘੰਟੇ ਲੇਟ ਚੱਲ ਰਹੀ ਸੀ, ਜਿਸ ਕਰਕੇ ਉਹਨੂੰ ਕਦੇ ਗੱਡੀ ਦੇ ਡਰਾਈਵਰ ਤੇ ਕਦੇ ਸਿਗਨਲ ਦੇਣ ਵਾਲਿਆਂ ਤੇ ਬਾਰ-ਬਾਰ ਗੁੱਸਾ ਆ ਰਿਹਾ ਸੀ।
ਜਸਵੀਰ ਨੂੰ ਸਟੇਸ਼ਨ ਤੇ ਲੈਣ ਆਏ ਦੋਸਤਾਂ ਨੇ ਉਹਦਾ ਹਾਲ ਚਾਲ ਪੁੱਛਦਿਆਂ ਕੁੱਟ-ਕੁੱਟ ਜੱਫੀਆਂ ਪਾਈਆਂ। ਓਪਨ ਜੀਪ 'ਚ ਸਮਾਨ ਰੱਖ ਧੂੜਾਂ ਪੁੱਟਦੇ ਉਹ ਪਿੰਡ ਆ ਵੜੇ। ਫੌਜੀ ਲਈ ਪਿੰਡ 'ਚ ਬਹੁਤ ਕੁਝ ਨਵਾਂ ਸੀ। ਹੁਣ ਉਹਦਾ ਥਕੇਵਾਂ ਕਿਧਰੇ ਉੱਡ ਗਿਆ ਸੀ। ਸਮੇਂ ਦਾ ਚੱਕ ਚੱਲਦਿਆਂ ਫੌਜੀ ਦੀ ਛੁੱਟੀ ਤੇ ਪੈਸਾ ਮਕਾਨ ਦੀ ਢਾਹ ਭੰਨ 'ਚ ਮੁੱਕਦਿਆਂ ਦੇਰ ਨਾ ਲੱਗੀ। ਆਖਰ ਵਾਪਸੀ ਦਾ ਦਿਨ ਵੀ ਆ ਗਿਆ। ਉਹਨੇ ਛੱਡਣ ਲਈ ਆਪਣੇ ਦੋਸਤਾਂ ਮਿੱਤਰਾਂ ਨੂੰ ਸੁਨੇਹੇ ਭੇਜੇ, ਪਰ ਕੋਈ ਨਾ ਬੋੜਿਆ। ਫਿਰ ਉਸ ਗੁਆਂਢੀਆਂ ਦੇ ਮੁੰਡੇ ਨੂੰ ਸਕੂਟਰ ਤੇ ਛੱਡ ਆਉਣ ਦਾ ਤਰਲਾ ਜਿਹਾ ਕੀਤਾ, ਪਰ ਉਹ ਵੀ ਹੈਲਮਟ ਨਾ ਹੋਣ ਦਾ ਬਹਾਨਾ ਕਰਕੇ ਭੱਲਾ ਛੁਡਾ ਗਿਆ। ਅੱਜ ਸਮੇਂ ਦਾ ਪਾਬੰਦ ਫੌਜੀ ਬੱਸ ਚੜ੍ਹ ਕੇ ਸਟੇਸ਼ਨ ਜਾਣ ਲਈ ਮਜਬੂਰ ਸੀ। ਉਹਨੂੰ ਬੇਵੱਸ ਹੰਝੂ ਘੇਰ ਰਹੀ ਮਾਂ ਤੋਂ ਬਗੈਰ ਕੋਈ ਵੀ ਅੱਜ ਇਸ ਦੁਨੀਆ 'ਚ ਆਪਣਾ ਨਹੀਂ ਸੀ ਦਿਸ ਰਿਹਾ। ਆਪਣਾ ਖਾਲੀ ਹੋਇਆ ਸੂਟਕੇਸ ਮਣਾ ਮੂੰਹ ਭਾਰਾ ਲੱਗਣ ਕਰਕੇ ਉਦਾਸੀ 'ਚ ਡੁੱਬਿਆ ਰੋਣ ਹਾਕਾ ਜੱਸੀ ਸਰਹੱਦ ਦੀ ਰਾਖੀ ਲਈ ਮੋਢੇ ਤੇ ਰੱਖ ਤੁਰਿਆ ਜਾ ਰਿਹਾ ਸੀ। ਧੰਨਵਾਦ। ਅਗਲੀ ਕਹਾਣੀ ਹੈ ਧੁਆਂਖੀ ਸੱਧਰ। ਪੁੱਤ ਮੇਰੀ ਦਵਾਈ ਲਿਆਂਦੀ? ਮਾਂ ਨੇ ਸਰੀਰ ਦੀ ਸਾਰੀ ਸੱਤਿਆ ਇਕੱਠੀ ਕਰ ਸ਼ਹਿਰੋਂ ਆਏ ਸ਼ਿੰਦਰ ਤੋਂ ਪੁੱਛਿਆ। ਅੱਗੋਂ ਹੀ ਘੜਿਆ ਘੜਾਇਆ ਖਰਵਾ ਜਵਾਬ, ਕਿੱਥੋਂ ਲਿਆ ਦਿਆਂ ਦਵਾਈ ਤੈਨੂੰ? ਐਵੇਂ ਨਾ ਰੋਜ਼ ਕੰਨ ਖਾਇਆ ਕਰ। ਕੰਮਕਾਰ ਦਾ ਅੱਗੇ ਮੰਦਾ ਲੱਗਿਆ ਹੋਇਆ, ਇੱਥੇ ਤਾਂ ਰੋਟੀ ਦਾ ਫਿਕਰ ਪਿਆ ਹੋਇਆ। ਖਾਣ ਪੀਣ ਦਾ ਆਪ ਪਰਹੇਜ਼ ਨਹੀਂ ਕਰਨਾ, ਭਲਾ ਦਵਾਈ ਤੈਨੂੰ? ਅੱਧੋ ਰਾਣੇ ਜੇ ਖੇਸ ਦੀ ਬੁੱਕਲ ਮਾਰ ਬੁੜ ਕਰਦਾ ਛਿੰਦਾ ਦੇਹਲੀਓਂ ਬਾਹਰ ਨਿਕਲ ਗਿਆ। ਇੱਕ ਵਾਰ ਤਾਂ ਮਾਂ ਦਾ ਚਿੱਤ ਕੀਤਾ, ਸੰਦੂਕ ਥੱਲੇ ਲਿਆ ਕੇ ਰੱਖਿਆ ਸ਼ਰਾਬਦਾ ਦੀਆਂ ਵਗਾਵ ਵੀਹੀ 'ਚ ਮਾਰ ਕੇ ਕਹੀ, ਆਪਣੇ ਡੱਫਣ ਨੂੰ ਪੈਸੇ ਕਿੱਥੋਂ ਆ ਗਏ? ਨਾਲੇ ਪੁੱਛੇ, ਚੰਦਰਿਓ ਪਰਹੇਜ਼ ਨੂੰ ਕਿ ਮੈਨੂੰ ਚੋਰੀ ਕੁੱਟ ਕੇ ਦਿੰਦੇ ਹੋ? ਪਰ ਗੁੱਸੇ ਨਾਲ ਭਰੇ ਇਹ ਬੋਲ ਕਹਿਣ ਤੋਂ ਪਹਿਲਾਂ ਹੀ ਮਾਂ ਦੇ ਸੰਗ 'ਚ ਅੜ ਗਏ। ਸ਼ਾਇਦ ਇਹ ਸੋਚ ਕੇ ਕਿ ਵੇਲੇ ਕੁਵੇਲੇ ਮਿਲਦੇ ਟੁੱਕ ਤੋਂ ਵੀ ਨਾ ਧੱਕਾ ਮਿਲ ਜੇ। ਉਹਨੂੰ ਦੂਸਰੇ ਹੀ ਪਲ ਸ਼ਿੰਦਰ ਦੇ ਪਿਓ ਦੀ ਯਾਦ ਆਈ, ਜਿਹੜਾ ਕਹਿੰਦਾ ਹੁੰਦਾ ਸੀ, ਬੰਤੀਏ ਆਪਣਾ ਸ਼ਿੰਦਰ ਵੱਡਾ ਹੋ ਕੇ ਅਫਸਰ ਬਣੂ, ਆਪਾਂ ਦੋਵੇਂ ਰਾਜ ਭੋਗਾਂਗੇ, ਰਾਜ। ਮਾਂ ਦੀ ਅੱਖ 'ਚੋਂ ਨਿਕਲਿਆ ਕੋਸਾ ਜਿਹਾ ਮੋਟਾ ਸਾਰਾ ਅਥਰੂ ਚਿਹਰੇ ਦੀਆਂ ਝੁਰੜੀਆਂ ਵਿੱਚੋਂ ਕਸਰਦਾ ਜ਼ਮੀਨ ਤੇ ਡਿੱਗ ਭਸਮ ਹੋ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਸਦਮਾ। ਆਸੋ ਨੇ ਪੁੱਤ ਦੀ ਨੌਕਰੀ ਲਈ ਬੜੇ ਪੀਰ ਪੈਗੰਬਰ ਧਿਆਏ, ਸੁਖਣਾ ਸੁਖੀਆਂ। ਆਖਰ ਇੱਕ ਦਿਨ ਨੌਕਰੀ ਮਿਲ ਗਈ। ਫਿਰ ਮਾਂ ਦੇ ਅਰਮਾਨ ਉਹਦੇ ਵਿਆਹ ਲਈ ਉਡਾਰੀਆਂ ਭਰਨ ਲੱਗੇ। ਉਹਦਾ ਜੱਗ ਜਹਾਨ ਤਾਂ ਬਸ ਉਹਦਾ ਇਕੱਲਾ ਕਹਿਰਾ ਪੁੱਤਰ ਹੀ ਸੀ। ਉਹ ਕਦੇ ਨੂੰਹ ਪੁੱਤਰ ਦੀ ਜੋੜੀ ਉੱਪਰ ਪਾਣੀ ਵਾਰਨ ਤੇ ਕਦੇ ਨੂੰਹ ਰਾਣੀ ਦੀਆਂ ਚੁੰਨੀਆਂ ਨੂੰ ਗੋਟਾ ਕਿਨਾਰੀ ਲਾਉਣ ਦੇ ਖਿਆਲਾਂ ਵਿੱਚ ਗੁਆਚੀ ਰਹਿੰਦੀ। ਉਹਦਾ ਮਨ ਗਦ ਗਦ ਹੋ ਉੱਠਦਾ। ਉਹ ਦੁੱਖਾਂ ਦੇ ਕੰਮਾਂ ਦੀ ਭੱਠੀ 'ਚ ਗਾਲ ਕੇ ਕੱਢਿਆ ਰੰਡੇਪਾ ਪਲ ਦੀ ਪਲ ਭੁੱਲ ਜਾਂਦੀ। ਹਾਲੇ ਲੋਕਾਂ ਦੇ ਘਰੀਂ ਕੰਮ ਕਰਦਿਆਂ ਉਹਦੀਆਂ ਨਹੁੰਆਂ ਦੀਆਂ ਵਿਆਹੀਆਂ 'ਚ ਸਿਮਿਆ ਲਹੂ ਨਹੀਂ ਸੀ ਸੁੱਕਿਆ। ਸੁਖਣਾ ਦੀ ਮਿੱਟੀ ਮੱਥੇ ਤੋਂ ਨਹੀਂ ਸੀ ਉਤਰੀ। ਜਦੋਂ ਪੁੱਤ ਵੱਲੋਂ ਆਈ ਚਿੱਠੀ ਪੜ੍ਹ ਕੇ ਉਹਦੇ ਜਣੇਪੇ ਨਾਲ ਟੁੱਟੀਆਂ ਅੰਦਰਾਂ 'ਚ ਇੱਕ ਵਾਰ ਫੇਰ ਡੂੰਘੀ ਚਸਕ ਪਈ। ਚਿੱਠੀ 'ਚ ਲਿਖਿਆ ਸੀ, ਮੈਂ ਇੱਕ ਪੜ੍ਹੀ ਲਿਖੀ ਨੌਕਰੀ ਕਰਦੀ ਕੁੜੀ ਨਾਲ ਕੋਰਟ ਮੈਰਿਜ ਕਰਵਾ ਲਈ ਹੈ। ਹੁਣ ਪਤਨੀ ਨਾਲ ਸ਼ਹਿਰ 'ਚ ਰਹਿਣਾ ਮੇਰੀ ਮਜਬੂਰੀ ਸਮਝੋ। ਮਾਂ ਬੇਹੋਸ਼ੀ ਦੀ ਹਾਲਤ ਵਿੱਚ ਚਪਾਲ ਜ਼ਮੀਨ ਤੇ ਡਿੱਗ ਪਈ ਤੇ ਮੁੜ ਅੱਖ ਨਾ ਖੋਲੀ। ਧੰਨਵਾਦ। ਅਗਲੀ ਕਹਾਣੀ ਹੈ ਅਖੀਰਲੀ ਕਹਾਣੀ ਮਾਂ। ਬੰਬੇ ਵਰਗੇ ਸ਼ਹਿਰ 'ਚ ਭਲਾ ਕੌਣ ਕਿਸੇ ਦੀ ਸਾਰ ਲੈਂਦਾ ਹੈ? ਭਾਵੇਂ ਕੋਈ ਮਰੇ ਕੋਈ ਜੀਵੇ, ਕਿਸੇ ਨੂੰ ਕੀ। ਇਸੇ ਗੱਲੋਂ ਡਰਦਿਆਂ ਉਹਨਾਂ ਮਾਂ ਨਾਲ ਫੋਨ ਤੇ ਗੱਲ ਕੀਤੀ ਤੇ ਆਉਣ ਵਾਲੇ ਬੱਚੇ ਦੀ ਆਮਦ ਬਾਰੇ ਦੱਸਿਆ। ਮਾਂ ਦਾ ਘਰ ਛੱਡ ਕੇ ਜਾਣਾ ਭਾਵੇਂ ਬਹੁਤ ਮੁਸ਼ਕਿਲ ਸੀ, ਪਰ ਉਹਦੀਆਂ ਆਂਦਰਾਂ ਤੜਫ ਉੱਠੀਆਂ। ਜੇ ਮੈਂ ਵੀ ਦੁੱਖ ਵੇਲੇ ਕੰਮ ਨਾ ਆਈ ਤਾਂ ਹੋਰ ਕੌਣ ਆਊ? ਮਾਂ ਇਹ ਸੋਚ ਕੇ ਅਗਲੇ ਦਿਨ ਗੱਡੀ ਚੜ੍ਹ ਬੰਬੇ ਪਹੁੰਚ ਗਈ। ਮਾਂ ਦੇ ਆਉਣ ਤੋਂ ਕੁਝ ਦਿਨ ਮਗਰੋਂ ਘਰ 'ਚ ਨੰਨ੍ਹੇ ਜਿਹੇ ਬਾਲ ਨੇ ਜਨਮ ਲੈ ਲਿਆ, ਜਿਸ ਨਾਲ ਘਰ ਦੀ ਰੌਣਕ ਹੋਰ ਦੂਣੀ ਚੌਣੀ ਹੋ ਗਈ। ਦਾਦੀ ਮਾਂ ਬੱਚੇ ਨੂੰ ਲੋਰੀਆਂ ਦਿੰਦੀ, ਬਾਰ ਮੱਥਾ ਚੁੰਮਦੀ, ਸਾਫ਼ ਸਫਾਈ ਤੋਂ ਲੈ ਕੇ ਨਹਾਉਣ ਧੁਲਾਉਣ ਦਾ ਕੰਮ ਆਪ ਕਰਦੀ, ਕਿਉਂਕਿ ਉਹਦੀ ਮਾਂ ਨੂੰ ਤਾਂ ਪਹਿਲਾ ਜਣੇਪਾ ਹੋਣ ਕਰਕੇ ਕੁਝ ਵੀ ਨਹੀਂ ਸੀ ਪਤਾ। ਹੁਣ ਤਰਨਜੀਤ ਤੇ ਉਹਦੀ ਪਤਨੀ ਬਹੁਤ ਖੁਸ਼ ਸਨ। ਦੋਵੇਂ ਮਾਂ ਦੇ ਗੋਡੇ ਹੱਥ ਲਾਉਂਦੇ ਨਾ ਥੱਕਦੇ, ਕਿਉਂਕਿ ਮਾਂ ਨੇ ਪੋਚੇ ਮਾਰ ਘਰ ਲਿਸ਼ਕਾ ਰੱਖਿਆ ਸੀ। ਹਰ ਚੀਜ਼ ਸਲੀਕੇ ਨਾਲ ਰੱਖੀ ਗਈ ਸੀ। ਟੱਬਰ ਦੇ ਮੈਂਬਰਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਸਮੇਂ ਸਿਰ ਖਾਣਾ ਮਿਲ ਰਿਹਾ ਸੀ। ਅਖੀਰੀ ਛਿਲਾ ਪੂਰਾ ਹੋਣ ਤੇ ਮਾਂ ਦੀ ਵਾਪਸੀ ਦਾ ਦਿਨ ਆ ਗਿਆ। ਪਤੀ ਪਤਨੀ ਦੋਵੇਂ ਉਦਾਸ ਸਨ।
ਮਾਂ ਤੇਥੋਂ ਬਿਨਾਂ ਸਾਡਾ ਦਿਲ ਕਿਵੇਂ ਲੱਗੂ, ਬਾਰ-ਬਾਰ ਕਹਿ ਰਹੇ ਸਨ, ਪਰ ਮਾਂ ਜਾਣ ਲਈ ਮਜਬੂਰ ਸੀ। ਪਿੰਡ ਆ ਕੇ ਮਾਂ ਨੂੰ ਛੋਟੀ ਬਹੂ ਤੇ ਮੁੰਡੇ ਦੀਆਂ ਤੱਤੀਆਂ ਠੰਡੀਆਂ ਸੁਣਨੀਆਂ ਪਈਆਂ। ਤਰਨਜੀਤ ਦਾ ਪਿਓ ਵੀ ਉਹਨੂੰ ਗੁੱਸੇ ਹੋਇਆ, ਕਿਉਂਕਿ ਉਹਦੇ ਜਾਣ ਪਿੱਛੋਂ ਮੱਝ ਨੇ ਧਾਰ ਨਹੀਂ ਸੀ ਕੱਢਣ ਦਿੱਤੀ। ਉਹ ਹੱਥ ਦਾ ਰੁੱਖ ਕਰ ਗਈ ਸੀ। ਉਦੋਂ ਦਾ ਦੁੱਧ ਕੰਨੀਓ ਵੀ ਬਗੋਚਾ ਆ ਗਿਆ ਸੀ। ਮਾਂ ਨੇ ਆਉਂਦਿਆਂ ਹੀ ਘਰ ਦਾ ਕੰਮ ਸਾਂਭ ਲਿਆ ਤੇ ਕੁਝ ਦਿਨਾਂ 'ਚ ਸਭ ਦਾ ਗੁੱਸਾ ਮੱਠਾ ਪੈ ਗਿਆ। ਸਮੇਂ ਦਾ ਚੱਕ ਆਪਣੀ ਚਾਲੇ ਚੱਲਦਾ ਗਿਆ। ਤਰਨਜੀਤ ਰਿਟਾਇਰ ਹੋ ਕੇ ਟੱਬਰ ਸਮੇਤ ਪਿੰਡ ਆ ਗਿਆ। ਚੰਗਾ ਪੈਸਾ ਧੇਲਾ ਲੈ ਆਇਆ ਸੀ। ਨੇੜੇ ਹੀ ਸ਼ਹਿਰ 'ਚ ਆਲੀਸ਼ਾਨ ਕੋਠੀ ਬਣਾ ਲਈ। ਬੱਚੇ ਚੰਗੇ ਸਕੂਲਾਂ 'ਚ ਪੜ੍ਹਨ ਪਾ ਦਿੱਤੇ ਸਨ। ਛੋਟਾ ਅਜੇ ਪਿੰਡ ਹੀ ਰਹਿੰਦਾ ਸੀ। ਗੁਜ਼ਾਰਾ ਚੰਗਾ ਸੀ। ਬਾਪੂ ਦੇ ਅੱਖਾਂ ਮੀਟਣ ਪਿੱਛੋਂ ਭਾਵੇਂ ਮਾਂ ਦੇ ਸਮਾਨ ਦੀਆਂ ਵੰਡੀਆਂ ਪੈ ਗਈਆਂ, ਪਰ ਬੁੱਢੀ ਮਾਂ ਨੂੰ ਰੱਖਣ ਲਈ ਦੋਵਾਂ 'ਚੋਂ ਕੋਈ ਵੀ ਤਿਆਰ ਨਹੀਂ ਸੀ, ਕਿਉਂਕਿ ਮਾਂ ਉਹਨਾਂ ਨੂੰ ਵਾਹੀ ਵਿੱਚ ਉਮਰ ਗਵਾ ਚੁੱਕੇ ਬੁੱਢੇ ਬਲਦ ਵਾਂਗ ਪੱਠਿਆਂ ਦਾ ਖਾਜਾ ਹੀ ਲੱਗ ਰਹੀ ਸੀ। ਅਖੀਰ ਫੈਸਲਾ ਹੋਇਆ, ਦੋਵੇਂ ਜਣੇ ਮਾਂ ਨੂੰ ਅੱਧਾ ਸਮਾਂ ਰੱਖਿਆ ਕਰਨਗੇ। ਮਾਂ ਆਪਣੀ ਇਹ ਹਾਲਤ ਵੇਖ ਕੇ ਝੋਰੇ ਨਾਲ ਮੰਜੀ ਦੇ ਨਾਲ ਹੀ ਜੁੜਦੀ ਜਾ ਰਹੀ ਸੀ। ਜੇ ਇੱਕ ਜਣਾ ਮਾਂ ਨੂੰ ਲਿਜਾਣ ਲਈ ਲੇਟ ਆਉਂਦਾ ਤਾਂ ਦੂਜਾ ਪਰਿਵਾਰ ਅੱਖਾਂ ਕੱਢਣ ਲੱਗਦਾ, ਅਸੀਂ ਬੁੱਢੀ ਦਾ ਠੇਕਾ ਲਿਆ ਹੋਇਆ। ਜਦੋਂ ਮਾਂ ਦੇ ਕੰਨਾਂ 'ਚ ਅਜਿਹੇ ਕਲੇਸ਼ ਭਰੇ ਸ਼ਬਦ ਪੈਂਦੇ ਤਾਂ ਉਹ ਰੱਬ ਅੱਗੇ ਅਰਜ਼ੋਈ ਕਰਦੀ ਕਿ ਅਜਿਹੀ ਨਰਕ ਭਰੀ ਜ਼ਿੰਦਗੀ ਨਾਲੋਂ ਚੁੱਪ ਕਿਉਂ ਨਹੀਂ ਲੈਂਦਾ, ਜਾਂ ਫਿਰ ਛੱਡ ਕੇ ਤੁਰ ਜਾਣ ਵਾਲੇ ਉਹਨਾਂ ਦੇ ਪਿਓ ਨੂੰ ਯਾਦ ਕਰਕੇ ਗਲੇਡੂ ਕੇਰਦੀ ਰਹਿੰਦੀ। ਇਸ ਵਾਰ ਮਾਂ ਦੀ ਬਿਮਾਰੀ ਤੇ ਆਉਂਦਾ ਖਰਚ ਦੇਖ ਕੇ ਛੋਟੇ ਨੇ ਉਹਨੂੰ ਲਿਜਾਣ ਤੋਂ ਨਾਂਹ ਕਰਤੀ, ਤਾਂ ਵੱਡੇ ਨੇ ਝੱਟ ਬਿਰਧ ਆਸ਼ਰਮ ਜਾਂ ਗਿਟਮਿਟ ਕੀਤੀ, ਕਿਉਂਕਿ ਉਹਦੀ ਪਤਨੀ ਨੇ ਕਿਹਾ ਸੀ ਮਾਂ ਦੀ ਮੰਜੀ ਡਰਾਇੰਗ ਰੂਮ 'ਚ ਹੋਣ ਕਰਕੇ ਬੱਚੇ ਆਪਣੇ ਫਰੈਂਡਸ ਨੂੰ ਘਰੇ ਲਿਆਉਣ 'ਚ ਸ਼ਰਮ ਮਹਿਸੂਸ ਕਰਦੇ ਨੇ। ਦੂਜਾ, ਜੇ ਕਿਧਰੇ ਸਾਨੂੰ ਬਾਹਰ ਜਾ ਕੇ ਖਾਣਾ ਖਾਣ ਦਾ ਮੌਕਾ ਮਿਲਦਾ ਹੈ ਤਾਂ ਫਿਰ ਘਰੇ ਆ ਕੇ ਇਹਦੀ ਰੋਟੀ ਦਾ ਸਿਆਪਾ ਕਰਨਾ ਪੈਂਦਾ ਹੈ। ਇਹ ਤੋਂ ਚੰਗਾ ਹੈ ਕਿ ਕੁਝ ਲੈ ਦੇ ਕੇ ਬੁੱਢੀ ਨੂੰ ਆਸ਼ਰਮ ਛੱਡ ਦਿਓ, ਸਾਡੀ ਤਾਂ ਜਾਨ ਸੌਖੀ ਹੋ ਜਾਏਗੀ। ਜਿਹੜੀ ਮਾਂ ਬਿਨਾਂ ਘਰ 'ਚ ਜੀ ਨਹੀਂ ਸੀ ਲੱਗਦਾ ਜਾਂ ਘਰ ਦਾ ਕੰਮ ਨਹੀਂ ਸੀ ਚੱਲਦਾ, ਅੱਜ ਉਹਨੂੰ ਧੱਕੇ ਮਾਰ-ਮਾਰ ਘਰੋਂ ਕੱਢਿਆ ਜਾ ਰਿਹਾ ਸੀ। ਉਹ ਤਰਸ ਭਰੀਆਂ ਨਜ਼ਰਾਂ ਨਾਲ ਦੋਵੇਂ ਹੱਥ ਜੋੜ ਵਾਸਤੇ ਪਾ ਰਹੀ ਸੀ, ਤਰਲੇ ਕੱਢ ਰਹੀ ਸੀ, ਘਰ ਦੀਆਂ ਦਹਿਲੀਜ਼ਾਂ ਨਾਲ ਚਿੰਬੜੀ ਕਹਿ ਰਹੀ ਸੀ, ਮੈਂ ਕਿਸੇ ਤੋਂ ਕੁਛ ਨਹੀਂ ਮੰਗਦੀ, ਵੇ ਤੁਸੀਂ ਮੇਰੀ ਮੰਜੀ ਕਿਸੇ ਖੂੰਜੇ ਹੀ ਢਾਹ ਦਿਓ, ਭਾਵੇਂ ਬਚਿਆ ਖੁਚਿਆ ਹੀ ਦੇ ਛੱਡਿਓ, ਪਰ ਮੈਂ ਉੱਥੇ ਇਹਨਾਂ ਨਿਆਣਿਆਂ ਬਿਨਾਂ ਨਹੀਂ ਰਹਿ ਸਕਦੀ। ਪਤਨੀ ਨੇ ਮਾਂ ਦੇ ਇਕੱਠੇ ਕੀਤੇ ਮੈਲੇ ਕੁਚੈਲੇ ਕੱਪੜਿਆਂ ਦੀ ਗਠੜੀ ਗੱਡੀ ਦੀ ਸੀਟ ਤੇ ਰੱਖਦਿਆਂ ਕਿਹਾ, ਧੋ ਕੇ ਬਿਠਾਓ ਇਹਨੂੰ ਗੱਡੀ 'ਚ, ਐਵੇਂ ਬਾਹਲੇ ਪਖੰਡ ਕਰਦੀ ਆ। ਵਿਲਕਦੀ ਮਾਂ ਦੀ ਗੱਡੀ ਤੁਰਨ ਤੋਂ ਬਾਅਦ ਤਰਨਜੀਤ ਦੀ ਪਤਨੀ ਨੇ ਦੋਵੇਂ ਹੱਥ ਜੋੜ ਕੇ ਵੱਡਾ ਸਾਰਾ ਸਾਹ ਭਰਦਿਆਂ ਕਿਹਾ, ਸ਼ੁਕਰ ਹੋਇਆ ਜੇ ਸਾਡੇ ਘਰ 'ਚੋਂ ਵੀ ਦਲਿੱਦਰ ਨਿਕਲਿਆ। ਅਗਲੇ ਦਿਨ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਤਰੱਕੀ ਲਈ ਡੇਰੇ ਵਾਲੇ ਬਾਬਿਆਂ ਨੂੰ ਬੁਲਾ ਕੇ ਭਾਂਤ-ਭਾਂਤ ਦੇ ਭੋਜਨ ਛਕਾਉਣ ਤੋਂ ਇਲਾਵਾ ਸੁੰਦਰ ਪੁਸ਼ਾਕ ਤੇ ਮਾਇਆ ਵੀ ਭੇਟ ਕੀਤੀ ਗਈ। ਧੰਨਵਾਦ।